बड़ी हुई है मैं कहना पूरी ठंड पई है। ठंड पई है चंगी। मुसलमान पेट्रोल आ गया 321 रुपये का लीटर। ਤੁਸੀਂ ਕੁਝ ਕਰ ਨਹੀਂ ਸਕਦੇ ਠੀਕ ਇਹ ਤੇ ਭਾਰ ਸਹਿਣਾ ਹੀ ਸਹਿਣਾ ਨਹੀਂ ਯਹੂਦੀ ਪੈਟਰੋਲ ਵੀ ਜਿਹੜਾ ਇੱਕ ਵਕਤ ਇਸ ਵਧਿਆ ਹੈ ਹਾਂ ਉਹਦੇ ਦੌਰ 'ਚ ਵਧਿਆ ਇਸ ਪੈਟਰੋਲ ਹਾਂ 330 ਤੇ ਗਿਆ ਨਹੀਂ ਕਿ ਨਹੀਂ ਗਿਆ ਹਾਂ ਪੈਟਰੋਲ ਵੱਧਦਾ ਘਟਦਾ ਰਹਿੰਦਾ ਹੈ ਕਿ ਆਲਮੀ ਮੰਡੀ ਦੇ ਨਾਲ ਚੱਲਣਾ ਪੈਂਦਾ ਨਾ ਇਹ ਤੇ ਨਾ ਤੇ ਸੀਐਮ ਸਾਹਿਬ ਦਾ ਕਸੂਰ ਨਾ ਕੋਈ ਤੀਸਰੇ ਬੰਦੇ ਦਾ ਜਿਸ ਤਰ੍ਹਾਂ ਮੇਨ ਚੀਜ਼ ਹੈ ਕਿ ਬਾਹਰੋਂ ਜਦੋਂ ਚੀਜ਼ ਖਰੀਦੀ ਜਾਂਦੀ ਹੈ ਫਿਰ ਉਹਦਾ ਹਿਸਾਬ ਕਿਤਾਬ ਉਸ ਹਿਸਾਬ ਨਾਲ ਵਿਕਦਾ ਨਾ ਇਹਦੇ ਨਾ ਸੀਐਮ ਦਾ ਚੱਕਰ ਨਾ ਇੱਕ ਹਫ਼ਤੇ ਨੂੰ ਫੇਰ ਠੀਕ ਹੋ ਜਾਏਗਾ ਅੱਲਾ ਕਰੇਗਾ ਹਫਤੇ ਇੱਕ ਤੱਕ ਹੋ ਜਾਏਗਾ ਠੀਕ इंशाल्लाह ठीक ਹੈ ਨਾ ਅੱਗੇ ਗਰੀਬ ਆਮ ਹੈ ਹਾਂ ਜਾਤੀ ਕੀਤੀ ਨੇ ਮਰੀਮ ਦੀ ਤੇ ਆਮਦ ਹੈ ਨਾ ਨਹੀਂ ਭਾਈ ਤਮੀਜ਼ ਵਾਲੀ ਕਿਹੜੀ ਮੇਰੇ ਉਹ ਤੁਹਾਡੇ ਸੀਐਮ ਸਭ ਸਹੀ ਬਾਕੀ ਯਾਰ ਗੱਲ ਤੇ ਹੈ ਕੋਈ ਇਨਸਾਫ ਨਹੀਂ ਹੁੰਦਾ ਕਿ ਜ਼ਿਆਦਾ 50 ਸਾਲ ਦੀ ਉਮਰ ਦੇ ਵਿੱਚ ਹੁਕਮਰਾਨ ਇੱਕ ਵੀ ਬੰਦੇ ਦਾ ਪੁੱਤਰ ਨਹੀਂ ਲੱਭਾ ਹਾਂ ਇੱਕ ਵੀ ਨਹੀਂ ਲੱਭਾ ਅੱਛਾ ਜਿਹੜਾ ਨਾ ਗਰੀਬ ਆਵਾਮ ਦਾ ਸਾਹ ਕੱਢਣਾ ਹਾਂ ਇਹ ਹੱਥ ਪਾ ਕੇ ਕੱਢਦੇ ਨੇ ਜ਼ੁਲਮ ਇਹਨੇ ਕੀਤਾ ਹੈ, ਇਹ ਸਰਾਸਰ ਜ਼ੁਲਮ ਇਹਨੇ ਕੀਤਾ ਹੈ। ਇਹ ਤੇ ਗਰੀਬ ਆਮ ਦੀ ਈਦ ਵੀ ਖੋਣ ਦੇ ਚੱਕਰ ਵਿੱਚ ਪਈ ਹੈ। पाकिस्तान से दुनिया भर को देखने ते सुनने वाले नु अस्सलाम वालेकुम। अब ईद दी आमद ते पेट्रोल माशाल्लाह जनाब 17वां रोजा जिस वक्त शहरी नु रात के बंदे पाकिस्तानी अवाम बाहर निकले ने ते अपने अपने कम्मां ते जान वास्ते दिहाड़ियां ते मजदूरियां ते जान वास्ते दफ्तरां विच जान वास्ते बंदे जिस वक्त पेट्रोल पंप ते गए ने ते कोई खबर मिली है कि जनाब पेट्रोल 55 रुपए लीटर 20 लीटर वध गया। ਉਹਨੇ ਜਨਾਬ ਬੰਦਿਆਂ ਕੋਲ ਪੁੱਛਨੇ ਆ ਦਿਹਾਤੀ ਬੰਦੇ ਨੇ ਗਰੀਬ ਬੰਦੇ ਨੇ ਇਹਨਾਂ ਕੋਲ ਪੁੱਛਨੇ ਆ ਕਿ ਇਹ ਦੀ ਆਮਦ ਤੇ ਪੈਟਰੋਲ ਜਿਹੜਾ 55 ਰੁਪਏ ਵਧਿਆ ਹੈ ਇਹਦੇ ਬਾਰੇ ਵਿੱਚ ਕੀ ਕਹਿੰਦੇ ਨੇ ਕਿੰਨਾ ਕੋਈ ਖੁਸ਼ੀ ਹੋਈ ਹੈ ਨਾ। ਅਸਲਾਮ ਅਲੈਕਮ ਸੁਣਾਓ ਕੀ ਹਾਲ ਹੈ। ਇਹ ਦੀ ਆਮਦ ਪੈਟਰੋਲ ਵਧ ਗਿਆ 55 ਰੁਪਏ ਲੀਟਰ ਠੀਕ ਹੋਇਆ ਥੋੜਾ ਵਧਿਆ ਹੋਰ ਵਧਣਾ ਚਾਹੀਦਾ ਜਾਂ ਕੀ ਹਾਲ ਹੈ। ਘਟਣਾ ਚਾਹੀਦਾ ਕਿ ਵਧਣਾ ਚਾਹੀਦਾ। ਘਟਣਾ ਚਾਹੀਦਾ ਕਿਉਂ ਘਟਣਾ ਚਾਹੀਦਾ। ਅੱਛਾ ਜੰਗ ਲੱਗੀ ਹੈ ਨਾ ਅਮਰੀਕਾ ਦੀ ਤੇ ਇਰਾਨ ਦੀ ਜੰਗ ਲੱਗੀ ਹੈ ਨਾ ਤੇ ਵਧਣਾ ਚਾਹੀਦਾ ਤਾਂ ਵਾਸਤੇ ਵਧਿਆ ਨਾ ਠੀਕ ਹੋ ਕੀ ਹਾਲ ਹੈ। ਠੀਕ ਹਕੂਮਤ ਦਾ ਤੇ ਗਵਰਨਮੈਂਟ ਦਾ ਕਿਹੜਾ ਕਸੂਰ ਹੈ ਜੰਗ ਜੇ ਲੱਗੀ ਹੈ ਤਾਂ ਵਧਿਆ। ਜਾ ਸਹੀ ਹੋ ਗਿਆ ਹਾਂ ਇਹ ਤੇ ਠੀਕ ਗੁਜ਼ਰ ਜਾਏ ਜੀ ਠੀਕ ਹੈ ਫਿਰ ਗੁਜ਼ਰ ਹੀ ਜਾਣੀ ਚਾਹੀਦੀ ਹੈ ਗੁਜ਼ਾਰਾ ਕਰਨਾ ਹੈ ਜਾ ਠੀਕ ਹੋ ਗਿਆ। ਇਹ ਬੰਦਾ ਚੰਗਾ ਇਹਨੂੰ ਪੂਰਾ ਪਤਾ ਹੁੰਦਾ। ਹਾਂ ਜੀ ਸੁਣਾਓ ਜੀ ਖੈਰ ਦੁਆ ਕਰਮ ਇਹ ਮੁਸਲਮਾਨ ਪੈਟਰੋਲ ਆ ਗਿਆ ਨਾ ਹੁਣ ਜਾ ਉਹ ਜੇ 150 ਲੀਟਰ ਆ ਯਹੂਦੀ ਪੈਟਰੋਲ ਆ ਜਾ ਮੁਸਲਮਾਨ ਪੈਟਰੋਲ ਆ ਗਿਆ 300 ਤੇ 21 ਰੁਪਏ ਲੀਟਰ ਜਾ ਕੀ ਹਾਲ ਹੈ। ਮਹਿੰਗਾਈ ਖੁਸ਼ੀ ਹੋਈ ਹੈ। ਖੁਸ਼ੀ ਤੇ ਫਿਰ ਸਾਨੂੰ ਕੋਈ ਏਡੀ ਹੋਈ ਹੈ ਇਸ ਗੱਲੇ ਇੱਕਦਮ ਖੁਸ਼ੀ ਹੋਣੀ ਚਾਹੀਦੀ ਹੈ। ਕਰ ਮਾਰਿਓ ਸਊਦੀ ਅਰਬ ਤੋਂ ਆਉਂਦਾ ਪੈਟਰੋਲ ਜਿੰਨਾ ਮਹਿੰਗਾ ਲੈ ਕੇ ਪਵਾਵਾਂਗੇ ਉਤਨਾ ਜ਼ਿਆਦਾ ਸਵਾਬ ਹੋਵੇਗਾ। ਠੀਕ ਹੈ ਮੁਸਲਮਾਨ ਪੈਟਰੋਲ ਹੈ ਬੜਾ ਜਾ ਹਾਂ ਸਊਦੀ ਅਰਬ ਤੋਂ ਆਉਂਦਾ ਨਾ ਠੀਕ ਹੈ एहतराम वाला पेट्रोल या एहतराम वाला पेट्रोल है हाँ और किराए रक्शे आंदे हर शय वधी आंदी है भाई अच्छा जा वो जे पेट्रोल ਵਧਣਾ ਤੇ ਫਿਰ हर शय वधी आंदी ਸਮੋਸੇ ਵੀ ਵੱਧ ਜਾਣੇ ਨੇ ਇਹਨਾਂ ਦੀ ਵੀ ਕੀਮਤ जा हर शय जी हर शय वधनी ਹਾਂ पेट्रोल ਦੀ ਵੇ ਤੇ ਕਿ ਰੋਜ਼ੇ ਠੀਕ ਜਾ ਰਹੇ ਨੇ ਜਾ ਸ਼ੁਕਰ ਹੈ ਮਾਲਕ ਦਾ ਮਹਿੰਗਾਈ ਤੇ ਕੋਈ ਅਸਰ ਪਿਆ ਪੈਟਰੋਲ ਵਧਣ ਨਾਲ। ਜਾ ਮਹਿੰਗਾਈ ਤੇ ਅਸਰ ਪਿਆ ਜੇ ਨਾ ਅੱਛਾ ਹਰ ਮਹਿੰਗੀ ਹੋ ਹਰ ਗਈ ਸ਼य ਮਹਿੰਗੀ ਹੋ ਗਈ ਓਏ ਹੋਏ ਹੋਏ ਫਿਰ ਹੁਣ ਚਲੋ ਜੋ ਫਿਰ ਮਾਲਕ ਹਕੂਮਤ ਨੂੰ ਕੀ ਕਹਿੰਦੇ ਹੋ ਤੁਸੀਂ ਕਿ ਕੀ ਹਕੂਮਤ ਨੂੰ ਕਹਿੰਦੇ ਆ ਮਾਰਿਆ ਬੰਨਿਆ ਧਿਆਨ ਤਪਾ ਕਰੋ ਆ ਇੱਕ ਦੋ ਜਹਾਜ਼ ਹੋਰ ਲੈ ਲਓ ਆਪਣੇ ਵਾਸਤੇ ਜਾ ਗੱਡੀਆਂ ਆਪਣੇ ਪ੍ਰੋਟੋਕਾਲ ਦੀਆਂ ਅੱਗੇ ਅਗਰ 6 ਅੱਗੇ ਤੇ 6 ਪਿੱਛੇ ਨੇ ਤੇ 12 ਅੱਗੇ ਤੇ 12 ਪਿੱਛੇ ਕਰੋ ਆਪਣੇ ਮਹੱਲ ਜਿਹੜੇ ਨੇ ਹੋਰ ਵੱਡੇ ਕਰੋ ਬਣਾਓ ਵੱਡੇ ਮਹੱਲ ਬਣਾਓ ਇਹ ਜਿਹੜੇ ਵੱਡੇ ਵੱਡੇ ਅਫਸਰ ਨੇ ਇਹਨਾਂ ਦੀਆਂ ਬਿਜਲੀ ਦੀਆਂ ਯੂਨਿਟਾਂ ਜਿਹੜੀਆਂ ਨੇ ਕੋਈ 4 500 ਹੋਰ ਜ਼ਿਆਦਾ ਕਰ ਦਿਓ ਅੱਗੇ 2000 3000 ਯੂਨਿਟ ਉਹਨਾਂ ਨੂੰ ਫ੍ਰੀ ਹੈ। ਜਾ ਪੈਟਰੋਲ ਉਹਨਾਂ ਨੂੰ ਫ੍ਰੀ ਹੈ ਇੰਨੇ ਗੱਲ ਹੈ 2-3000 ਹੋਰ ਵਧਾ ਛੜਨ ਤਾਂ ਕਿ ਗਰੀਬ ਦਾ ਭਲਾ ਹੋ ਜਾਏ ਗਰੀਬ ਦੇ ਭਲਾ ਹੋਵੇ। ਉਹ ਆਉਂਦੇ ਨੇ ਨਾ ਗੱਡੀਆਂ ਤੇ ਬਹਿ ਕੇ ਇੰਨੇ ਗੱਲ ਹੈ 2-2 ਕਰੋੜ ਦੀ ਗੱਡੀ ਹੁੰਦੀ ਉਹਦੇ ਤੇ ਬਹਿ ਕੇ ਆਉਂਦੇ ਨੇ ਆ ਕੇ ਉਹ ਜਨਾਬ ਫਿਰ ਚੈੱਕ ਕਰਦੇ ਨੇ ਤੇ ਸਮੋਸਾ ਕਿਤਨੇ ਦਾ ਦਿੰਦੇ ਹੋ ਫੇ ਇੰਨੇ ਗੱਲ ਨਾਲ ਜਨਾਬ ਉਹ ਅੱਗੇ ਪਿੱਛੇ ਉਹਨਾਂ ਦਾ ਪ੍ਰੋਟੋਕਾਲ ਹੁੰਦਾ ਹੈ। ਪੈਟਰੋਲ ਉਹਨਾਂ ਨੂੰ ਫ੍ਰੀ ਹੁੰਦਾ ਬਿਜਲੀ ਉਹਨਾਂ ਨੂੰ ਫ੍ਰੀ ਹੈ। ਇੱਥੇ ਆ ਕੇ ਸਮੋਸੇ ਦਾ ਰੇਟ ਚੈੱਕ ਕਰਦੇ ਨੇ ਤੇ ਫਾਇਦਾ ਹੀ ਹੈ ਨਾ ਆਵਾਮ ਦੇ ਫਾਇਦਾ ਹੈ। ਇੰਨੇ ਗੱਲ ਗਵਰਨਮੈਂਟ ਦਾ ਵੇਖ ਲਓ ਤੁਹਾਡੇ ਸਾਹਮਣੇ ਹੀ ਨਤੀਜਾ ਜੋ ਵੀ ਆ ਜੇ। ਅੱਛਾ ਹਾਂ ਠੀਕ ਇਸ ਗਵਰਨਮੈਂਟ ਦੇ ਬਾਰੇ ਤੁਸੀਂ ਅੱਛਾ ਇਸ ਗਵਰਨਮੈਂਟ ਨੇ ਜਿਹੜੇ ਕੀਤੇ ਨੇ ਹਾਂ ਸਾਹਮਣੇ ਹਰ ਸ਼ੈ ਨਜ਼ਰ ਆ ਰਹੀ ਹਾਂ ਨਹੀਂ ਹੁਣ ਚੰਗੇ ਕੰਮ ਵੀ ਕੀਤੇ ਨੇ। ਇਹ ਜਿਹੜਾ ਸਮੋਸੇ ਚੱਲਦਾ ਪਿਆ ਉਹਨੂੰ ਪੂਰੀ ਗੱਲ ਦਾ ਪਤਾ ਹੁੰਦਾ
हाँ जी अस्सलाम वालेकुम वालेकुम सलाम जी सुनाओ जी है ठीक ठाक सुनाओ ए बदामा शदामा रा पेट्रोल है ना गिरियां बदामा रा गरियां बदाम वाला जी हां ओ पहला जड़ा है ओ ते अनछड़ा पेट्रोल है नहीं मैं तो आखा हूं मैं रोजा रोजा सांगी गिरियां बदाम आ रोजा खोलना आज पेट्रोल नाल जी हला इंशाल्लाह ओया बड़ा टेस्टी पेट्रोल जी 300 ਤੇ 21 ਰੁਪਏ ਲੀਟਰ ਤਾਂ ਹੈ या 321 रुपये ਹਾਂ ਇਹਦੇ ਵਿੱਚ ਦੇਸੀ ਘਿਓ ਵੀ तो ਥੋੜਾ मैं तो सुनया ये प्याज ने 450 टिकट जाना थे ਉਹ ਫਿਰ ਜਿਤਨਾ ਜਿਤਨਾ ਗਿਰੀਆਂ ਬਦਾਮ ਹੋਰ ਪਾਵਾਂਗੇ ਉਤਨਾ ਉਤਨਾ ਫਿਰ ਮਹਿੰਗਾ ਹੋਵੇਗਾ ਨਾ यानी कि टुकर छड़ छड़ी पेट्रोल पीना शुरू कर दी ਜਦੋਂ ਪੈਟਰੋਲ ਗਿਰੀਆਂ ਬਦਾਮਾਂ ਨਾਲ ਲੱਭ ਜਾਏਗਾ ਤੇ ਫਿਰ ਟੁੱਕਰ ਨੂੰ ਕੀ ਕਰਨਾ ਜੀ ठीक है ਕੀ ਹਾਲ ਹੈ ਖੁਸ਼ੀ ਹੋਈ ਹੈ ਕੋਈ बड़ी खुशी है मैं कहना ਪੂਰੀ ਠੰਡ ਪਈ ਹੈ ठंड पई चंगी कलेजे ठंड पई ਤਾਂ ਹੀ ਅੱਗ ਦੇ ਨੇੜੇ ਬੈਠੇ ताही अग अग सेक ना पे भाई ਠੰਡ ਚੌਕੀ ਹੋ ਗਈ ठंड चौकी पै गई ਠੰਡ ਚੌਕੀ ਪੈ ਗਈ ਹੈ ਲੋ ਜੀ ਇਹਨਾਂ ਨੂੰ ਸੁਣੋ ਜੋ ਸਾਹਿਬ ਮੁਸਲਮਾਨ ਪੈਟਰੋਲ ਆ ਗਿਆ 300 ਤੇ 21 ਰੁਪਏ ਦਾ ਲੀਟਰ ਉਹ ਪਹਿਲਾਂ ਯਹੂਦੀ ਪੈਟਰੋਲ ਆ ਨਾ ਉਹਨੂੰ ਛੱਡ ਦਿਓ ਹੁਣ ਮੁਸਲਮਾਨ ਪੈਟਰੋਲ ਹੈ। ਕੀ ਕਹਿੰਦੇ ਹੋ ਤੁਸੀਂ ਇਹਦੇ ਬਾਰੇ ਕਿ ਕਵੀ ਜੀ ਇਹ ਹੁਕਮਰਾਨ ਨੇ ਜਿਹੜਾ ਲੱਦਾ ਲੱਦਣ ਦੇ ਇਹਦੇ ਤੇ ਕੋਈ ਤੁਸੀਂ ਇਤਜਾਜ ਕਰੋ ਕੁਝ ਵੀ ਕਰੋ ਤੁਸੀਂ ਕੁਝ ਕਰ ਨਹੀਂ ਸਕਦੇ ਇਹ ਤੇ ਭਾਰ ਸਹਿਣਾ ਹੀ ਸਹਿਣਾ ਜਾ ਭਾਵੇਂ ਔਖੇ ਹੋ ਕੇ ਨਹੀਂ ਨਾਲ ਬਰਕਤ ਆ ਰਿਹਾ ਨਾ ਸਾਊਦੀ ਅਰਬ ਵਿੱਚੋਂ ਆਉਂਦਾ ਬਰਕਤ ਆ ਰਿਹਾ ਜਿੰਨਾ ਮਹਿੰਗਾ ਲਈ ਉਤਨਾ ਸਵਾਦ ਹੀ ਹੈ ਨਾ ਚਲੋ ਹੁਣ ਈਰਾਨ ਕੋਲੋਂ ਲੈ ਲਓ ਰੂਸ ਕੋਲੋਂ ਲੈ ਲਓ ਨੇੜਿਓਂ ਲੈ ਲਓ ਨਾ ਕੰਮ ਜੋ ਹੋ ਜਾਏਗਾ ਰੋਜ਼ ਸਾਰਾ ਬਹੁਤ ਨਾ ਸਵਾਦ ਅਸਲ ਬਹੁਤ ਸਾਰਾ ਪਿਆ ਸਮਗਲਿੰਗ ਵਾਲਿਆਂ ਨੂੰ ਸਮਗਲਿੰਗ ਰੁਕੀ ਹੈ ਹਾਂ ਹਾਂ ਨੁਕਸਾਨ ਸਾਡੇ ਤੋਂ ਜ਼ਿਆਦਾ ਉਹਨਾਂ ਨੂੰ ਹੋ ਰਿਹਾ ਹੈ ਅੱਛਾ ਅੱਛਾ ਜਿਨ੍ਹਾਂ ਦੇ ਉਹ ਪ੍ਰੋਫਿਟ ਜਾ ਰਹੇ ਉਤੋਂ ਈਰਾਨ ਕੋਲ ਸਮਗਲ ਕਰਦੇ ਸੀ ਤੇ ਇੱਥੇ ਮਹਿੰਗਾ ਵੇਚਦੇ ਹਾਂ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਵਿਚਾਰਿਆਂ ਨੂੰ ਹੋ ਰਿਹਾ ਸਾਡੇ ਤੇ ਛੜੇ 55 ਰੁਪਏ ਵਧੇ ਨੇ ਨਾ ਛੇੜੇ 55 ਰੁਪਏ ਨੇ ਕੀ ਫਰਕ ਸਿਰਫ 55 ਇਹ ਫਰਕ ਪਿਆ ਕੋਈ ਖੈਰ ਦਾ ਲੈ ਅਗਰ 110 ਰੁਪਏ ਵੀ ਵੱਧ ਜਾਂਦਾ ਤਾਂ ਫੇਰ ਵੀ ਕੀ ਹੋ ਮੈਂ ਨਾ ਇਹ 5 ਦਿਨ ਬਾਅਦ 2 ਦਿਨ ਗੁਜ਼ਰ ਗਏ ਨੇ ਤੇ ਇੱਕ ਦਿਨ 5 ਦਿਨ ਬਾਅਦ ਵੇਖੋ 55 ਹੋਰ ਆਉਣ ਵਾਲੇ ਨੇ ਨਹੀਂ ਉਹ ਚਲੋ ਉਧਰੋਂ ਜੰਗ ਵੀ ਤਾਂ ਲੱਗੀ ਹੈ ਨਾ ਜੰਗ ਦੀ ਵਜ੍ਹਾ ਤੋਂ ਵੀ ਤਾਂ ਉਹ ਕਹਿੰਦੇ ਨੇ ਜੰਗ ਦੀ ਵਜ੍ਹਾ ਤੋਂ ਵਧਿਆ ਪੈਟਰੋਲ ਚਲੋ ਸਾਰੀ ਦੁਨੀਆ ਦੇ ਵਿੱਚ ਵੱਧਦਾ ਉਹ ਪਿਆ ਵੈਸੇ ਕਰੋਨਾ ਵੀ ਤੇ ਆਇਆ ਨਾ ਫਿਰ ਜੰਗ ਤੇ ਚਲੋ ਉਹਨਾਂ ਦੋ ਮੁਲਕਾਂ ਸਾਡੇ ਦੀ ਨਾ ਹੁਕਮਰਾਨਾਂ ਦੇ ਇਖਤਿਆਰ 'ਚ ਕੋਈ ਨਹੀਂ ਇਹ ਡਿਕਟੇਸ਼ਨ ਲੈਂਦੇ ਨੇ ਜੋ ਡਿਕਟੇਸ਼ਨ ਆਵਣੀ ਇਹਨਾਂ ਨੂੰ ਤੇ ਸਲੂਟ ਮਾਰ ਕੇ ਅਮਲ ਕਰਦੇ ਨੇ ਬਸ IMF ਵੱਲੋਂ अस्सलाम वालेकुम सुनाओ की हाल है ठीक हो हाँ जी फार साहब सुनाओ ठीक हो ਪੈਟਰੋਲ ਇਹ ਤੇ ਆਮਦ ਆਮਦ ਹੈ ਜੀ ਜੀ ਬਿਸਮਿਲ੍ਲਾ ਸਾਡੇ ਸੀਐਮ ਸਾਹਿਬਾ ਜਿਹੜੀਆਂ ਨੇ ਇਹਨਾਂ ਨੇ ਕਿਸੇ ਜ਼ਮਾਨੇ ਵਿੱਚ ਆਖਿਆ ਆ ਜੀ ਕਿ ਇਹ ਤੇ ਆਮਦ ਹੈ ਪੈਟਰੋਲ 118 ਰੁਪਏ ਲੀਟਰ ਹੋ ਗਿਆ ਹਾਂ ਤਾਂ ਇਹ ਵੀ ਨਾਲ ਆ ਕੇ ਜਿਹੜਾ ਹੁਕਮਰਾਨ ਚੋਰ ਹੋਵੇ ਤੇ ਫਿਰ ਜਾ ਪੈਟਰੋਲ ਵੱਧ ਜਾਂਦਾ ਜੀ। ਹੈ ਅਸੀਂ ਇਸ ਤੋਂ ਪਤਾ ਨਹੀਂ ਜਾਣਦੇ ਅਸੀਂ ਨਹੀਂ ਕੋਈ ਆਖਾਂਦੇ ਨਹੀਂ ਉਸ ਵੇਲੇ ਹਰ ਪੈਟਰੋਲ ਹੀ ਹੁੰਦੀ ਹੈ ਨਾ ਹੁਣ ਮੁਸਲਮਾਨ ਪੈਟਰੋਲ ਹੈ ਨਹੀਂ ਯਹੂਦੀ ਪੈਟਰੋਲ ਵੀ ਜਿਹੜਾ ਇੱਕ ਵਕਤ ਚ ਵਧਿਆ ਹੈ ਹਾਂ ਉਹਦੇ ਦੌਰ 'ਚ ਵਧਿਆ ਸੀ ਪੈਟਰੋਲ ਹਾਂ 330 ਤੇ ਗਿਆ ਨਹੀਂ ਕਿ ਨਹੀਂ ਗਿਆ ਫਿਰ ਵਾਪਸ ਕੀਤਾ ਨਹੀਂ ਕਿ ਕੀਤਾ ਨਹੀਂ ਸਾਨੂੰ ਪਤਾ ਨਹੀਂ ਅਸੀਂ ਤਾਂ ਆਏ ਨਹੀਂ ਸੀ ਜੀ ਜੀ ਤੇ ਇਹ ਜਿਹੜਾ ਪੈਟਰੋਲ ਵਧਿਆ ਉਹ ਤੇ ਫਿਰ ਥੱਲੇ ਆਇਆ ਇਹਦੇ ਕੋਈ ਸ਼ੱਕ ਨਹੀਂ ਹਾਂ ਪੈਟਰੋਲ ਵੱਧਦਾ ਘਟਦਾ ਰਹਿੰਦਾ ਹੈ ਕਿ ਆਲਮੀ ਮੰਡੀ ਦੇ ਨਾਲ ਚੱਲਣਾ ਪੈਂਦਾ ਨਾ ਇਹ ਤੇ ਨਾ ਤੇ ਸੀਐਮ ਸਾਹਿਬਾਂ ਦਾ ਕੋਈ ਕਸੂਰ ਹੈ ਨਾ ਕੋਈ ਤੀਸਰੇ ਬੰਦੇ ਦਾ ਜਿਸ ਤਰ੍ਹਾਂ ਕਿ ਸਾਡਾ ਆਪਣਾ ਤਾਂ ਪੈਟਰੋਲ ਹੈ ਨਹੀਂ ਅਸਾਂ ਬਾਹਰੋਂ ਖਰੀਦਣਾ ਹੈ ਜਾ ਜਾ ਜਿਹੜੀ ਸ਼ਾਇਦ ਅਸਾਂ ਬਾਹਰੋਂ ਲੈਣੀ ਹੈ ਤੇ ਮੇਨ ਚੀਜ਼ ਹੈ ਕਿ ਬਾਹਰੋਂ ਜਿਹੜੀ ਚੀਜ਼ ਖਰੀਦੀ ਜਾਂਦੀ ਹੈ ਫਿਰ ਉਹਦਾ ਹਿਸਾਬ ਕਿਤਾਬ ਉਸ ਹਿਸਾਬ ਨਾਲ ਵਿਕਦਾ ਨਾ ਬਿਲਕੁਲ ਇਹਦੇ ਨਾ ਸੀਐਮ ਦਾ ਚੱਕਰ ਨਾ ਹੈ ਲੇਕਿਨ ਇਹਨਾਂ ਨੂੰ ਚਾਹੀਦਾ ਥੋੜਾ ਬਹੁਤ ਪਾਕਿਸਤਾਨ ਨੂੰ ਆਪਣੇ ਆਵਾਮ ਨੂੰ ਰਿਲੀਫ ਦੇਣੀ ਚਾਹੀਦੀ ਰਿਲੀਫ ਵਾਲਾ ਕੰਮ ਇੱਥੇ ਕੋਈ ਨਹੀਂ ਆਏ ਦਿਨ ਜਿਹੜਾ ਅੱਲਾ ਮਾਫ ਕਰੋ ਡੰਡਾ ਹੱਥ ਹੁੰਦਾ ਚੜੀ ਲੈਣ ਵਾਲਾ ਕੰਮ ਕੋਈ ਨਹੀਂ ਹੈ ਵੈਸੇ ਉਂਝ ਜਿਹੜਾ ਪੈਟਰੋਲ ਤੇ ਮਹਿੰਗਾ ਹੁੰਦਾ ਹੈ ਜੀ ਜੀ ਜਾਂ ਬਿਜਲੀ ਦੇ ਜਾਂ ਯੂਨਿਟਾਂ ਮਹਿੰਗੀਆਂ ਹੋ ਜਾਂਦੀਆਂ ਨੇ ਹਾਂਜੀ ਜਿਸ ਵਕਤ ਕੋਈ ਵੀ ਆਫਤ ਆਉਂਦੀ ਹੈ ਜਾਂ ਕੋਈ ਵਿੱਚ ਕਾਨੂੰਨ ਜੰਗ ਦਾ ਮਾਹੌਲ ਬਣ ਗਿਆ ਜੰਗ ਤੇ ਇਰਾਨ ਨਾਲ ਪਾਕਿਸਤਾਨ ਚ ਨਹੀਂ ਰਹੇ ਤੇ ਆਦਨੇ ਸਾਡੇ ਕੋਲ 45 ਦਿਨ ਦਾ ਹੈ ਜਾ ਜਾ ਅਸੀਂ 45 ਦਿਨ ਤੱਕ ਲੜ ਸਕਦੇ ਹਾਂ ਮੈਂ ਕਹਿੰਦਾ ਵਾ ਕਿ ਚਲੋ ਅਗਰ ਹੋਵੇ ਵੀ ਨਹੀਂ ਜੀ ਇੱਕ ਮਿੰਟ ਆਵਾਮ ਅਗਰ ਇਹ ਆਪਣੇ ਪ੍ਰੋਟੋਕੋਲ ਘਟਾਉਣ ਪ੍ਰੋਟੋਕਾਲ ਘਟਾਣ 45 ਦਿਨ ਤੁਹਾਡੇ ਕੋਲ ਹੈ ਫਿਰ ਸਾਡੇ ਕੋਲ 40 ਦਿਨ ਦਾ ਅਸੀਂ ਲੜ ਸਕਦੇ ਹਾਂ ਜਾ 40 ਲੜਾਈ ਹੋਈ ਨਹੀਂ ਲੜਾਈ ਜਿਹੜਾ ਬਾਹਰ ਕੀ ਹੁੰਦੀ ਹੈ ਜਾ ਜਾ तो 40 दिन किधर गए ने अली तो 8 दिन नहीं पूरे हुए ਹਾਂ ਤੁਸੀਂ 35 ਚਾਰ ਛੜਿਆ ਸਾਡੇ ਮੁਲਕ ਚ ਨਹੀਂ ਲੱਗੀ ਤੇ ਬਾਹਰ ਕਮ ਸੇ ਕਮ ਮਹੀਨਾ ਤੇ ਹੋਵੇ ਨਾ ਮਹੀਨੇ ਬਾਅਦ ਤੁਸੀਂ ਚੜਦੇ ਆਦੇ ਮੰਨਦੇ ਹੋ ਠੀਕ ਹੈ ਯਾਰ ਰਸਤਾ ਬੰਦ ਹੈ ਇਹ ਮੁਸ਼ਕਲ ਹੈ ਪਰੇਸ਼ਾਨੀ ਹੈ ਹੁਣ ਪਰੇਸ਼ਾਨੀ ਤੋਂ ਪਹਿਲਾਂ ਤੁਸੀਂ ਆਪੂ ਜਿਹੜਾ ਅੱਲਾ ਮਾਫ ਕਰ ਤੁਹਾਡਾ ਗੱਲ ਤੁਹਾਡੇ ਵਾਲੀ ਆਉਂਦੀ ਹੈ ਪ੍ਰੋਟੋਕੋਲ ਆਪਣਾ ਜਿਹੜਾ ਲੱਤਾਂ ਮੁੱਤੀਆਂ ਖਿਲਾਰੀਆਂ ਨੇ ਤੇ ਫਿਰ ਆਦੇ ਜੀ ਆ ਜਿਹੜੇ ਜਹਾਜ਼ ਸ਼ਾਦ ਨੇ ਇਹਨਾਂ ਤੇ ਕੰਟਰੋਲ ਕੀਤਾ ਜਾਏ ਜਿਹੜੀਆਂ ਅੱਗੇ ਪਿੱਛੇ ਪ੍ਰੋਟੋਕੋਲ ਹੈ ਇਹਨਾਂ ਤੇ ਆ ਜਿਹੜੇ ਅਫਸਰ ਸ਼ਾਹੀ ਨੇ ਉਹਨਾਂ ਨੂੰ ਕਈ ਹਜ਼ਾਰ 5-5 ਲੀਟਰ ਫ੍ਰੀ ਹੈ ਇਹਦੇ ਚ ਕੋਈ ਸ਼ੱਕ ਉਹਨਾਂ ਤੇ ਕੰਟਰੋਲ ਕੀਤਾ ਜਾਏ ਉਹ ਕੋਈ ਨਹੀਂ ਕਰਦਾ ਤੇ ਮੇਰੇ ਖਿਆਲ ਦੇ ਮੁਤਾਬਕ ਆਵਾਮ ਨੂੰ ਇੱਕ ਵਾਰੀ ਮਾਫੀ ਦਿੱਤੀ ਜਾਏ ਤੇ ਕੋਈ ਸ਼ਾਇਦ ਆਵਾਮ ਜਿਹੜਾ ਨਾ ਪਾਕਿਸਤਾਨ ਬਣਾਇਆ ਸੀ ਇਹਦਾ ਨਾਂ ਤੇ
कलमे दे ना दे जा जा कहते ना पाकिस्तान का मतलब क्या ला इलाहा इल्लल्लाह लेकिन साडी जेड़ा जितनी सियासतदान पार्टी है ना जेड़ा वो सारा काम ही पुठा किया बोला पाकिस्तान का मतलब क्या बोला जब परियत रहा लिया काम खत्म हो जाता है उसको तो कुछ नहीं भाई जी ਇਹ ਗੱਲ जी बिस्मिल्लाह ਇੱਕ ਸਿਆਸਤ ਤੋਂ ਹਟ ਕੇ ਮਤਲਬ ਕਿ ਕਿਸੇ ਵੀ ਪਾਰਟੀ ਤੋਂ ਹਟ ਕੇ जी जी ਅਗਰ ਇੱਕ ਗੱਲ ਕਰੀਏ ਤੇ ਇੱਥੋਂ ਲੈ ਲੈਂਦੇ ਆ ਨਾ जी जी 2018 ਦੇ ਵਿੱਚ ਪੀਟੀਆਈ ਦੀ ਹਕੂਮਤ ਸੀ जी जी ਆਜ਼ਮ ਸ਼ਰੀਫ ਸਾਹਿਬ ਨੇ सही ਇਹਦੇ ਵਿੱਚ ਕੋਈ ਮੁਆਜ਼ਨਾ ਕਰੀਏ ਤੇ ਕਿਹੜੀ ਹਕੂਮਤ ਮਤਲਬ ਜਿਹਨੇ ਕੋਈ ਆਵਾਮ ਵਾਸਤੇ ਕੋਈ ਬਿਹਤਰੀ ਕੀਤੀ ਹੋਵੇ ਕੰਮ ਚੰਗੇ यार ਕੀਤੇ ਹੋਣ। ਗੱਲ ਸਿੱਧੀ ਪਾਈ ਪਤਾ ਨਹੀਂ ਹੁਣ ਤੁਸੀਂ ਮੇਰੀ ਗੱਲ ਨੂੰ ਅੱਛਾ ਸਮਝੋਗੇ ਨਹੀਂ ਇਹ ਨਹੀਂ ਸਾਡੇ ਆਪਣੀ ਗੱਲ ਸਾਡੇ ਕਿ ਕੋਈ ਬਿਹਤਰ ਨਹੀਂ ਹੈ ਬੰਦੇ ਨੇ ਇੱਥੇ ਜਿਤਨੇ ਵੀ ਨੇ ਨਾ ਜਿਤਨੇ ਲੋਕ ਨੇ ਇੱਥੇ ਉਹ ਸਾਰੇ ਜਿਹੜਾ ਗਰੀਬ ਤਬਕਾ ਆਦਮੀ ਹੈ ਜਿਹੜਾ ਤੇ ਕਿਸੇ ਦੇ ਬਾਹਰ ਹੈ ਨਾ ਉਹਨੂੰ ਕੋਈ ਫਿਕਰ ਨਹੀਂ ਕਿਸੇ ਚੀਜ਼ ਦੀ ਉਹਨਾਂ ਕਮੀਜ਼ ਝਾੜਨੀ ਹੈ ਫੋਨ ਕਰਨਾ ਪੈਸੇ ਆ ਜਾਣਾ ਜਿਨ੍ਹਾਂ ਨੇ ਮਜ਼ਦੂਰੀ ਕਰਨੀ ਹੈ ਉਹਨਾਂ ਵਾਸਤੇ ਬਹੁਤ ਮੁਸ਼ਕਿਲ ਹੈ ਅਸਾਂ ਜ਼ਿਆਦਾ ਦੌਰ ਵੇਖਿਆ ਸੀ ਬਹੁਤ ਅੱਛਾ ਦੌਰ ਹੈ ਆਦੇ डिक्टेटर है लेकिन बहुत अच्छा दौर सस्ता दौर सी बेहतरीन दौर है मुशर्रफ के दौर च भी इतना नहीं सी है जितनी आजकल है ना दो आदमी से अवामी लेने जी जमहूरी हुकूमत छोटा लेके आती है लोगों ने ना आर्मी डिक्टेटर लेकिन आर्मी डिक्टेटर नहीं जो ठीक है उन्होंने दौर जरा करते हैं लेकिन फिर हिसाब ना चलते हैं ये तो अल्लाह माफ करे शामी कोई कानून है सवेरे कोई होता है पता ही नहीं लगता ਇਹਨਾਂ ਕੋਈ ਪਤਾ ਨਹੀਂ ਕੀ ਹਿਸਾਬ ਹੈ ਸਾਡੇ ਕੋਲ ਚੱਕਾ ਹੁਣ ਮੇਰੇ ਜੇ ਵੈਸੇ ਦੇਖਿਆ ਜਾਏ ਤੇ ਇਹਨਾਂ ਨੇ ਚਲੋ ਅੱਜ ਕੱਲ੍ਹ ਆਪਣੀ ਛੱਤ ਆਪਣਾ ਘਰ ਕੋਈ ਇਹੋ ਜਿਹੀ ਸਕੀਮ ਇਸ ਤਰ੍ਹਾਂ ਤਾਂ ਇਮਰਾਨ ਖਾਨ ਨੇ ਸ਼ੁਰੂ ਕੀਤਾ ਸੀ ਉਹ ਕਿੱਧਰ ਗਿਆ ਸਾਰਾ ਬੰਦ ਹੋ ਗਿਆ ਉਹਨੇ ਸਿਹਤ ਕਾਰਡ ਵਗੈਰਾ ਉਹ ਬੰਦ ਕਰ ਰਿਹਾ ਤੇ ਜਿਸ ਵਕਤ ਪਿਛਲਾ ਬੀਪੀ ਸਾਹਿਬ ਸਾਨਾ ਮਰੂਮਾ ਅੱਲਾਹ ਮਗਫਰਤ ਫਰਮਾਇਆ ਉਹਨਾਂ ਦੀ ਬੇਨਜ਼ੀਰ ਇਨਕਮ ਉਹ ਵੀ ਪਤਾ ਨਹੀਂ ਉਹ ਕੀਤਾ ਨੇ ਕੀ ਕੀਤਾ ਉਹ ਉਹਨਾਂ ਲੋਕਾਂ ਵਾਸਤੇ ਜਿਹੜੇ ਹਕਦਾਰ ਨੇ ਉਹਨਾਂ ਨੂੰ ਪਤਾ ਲੱਭਦਾ ਕਿ ਲੱਭਦਾ ਬਾਕੀ ਤੇ ਸਾਰੇ ਲੋਕਾਂ ਨੇ ਕਾਰਡ ਬਣਾਏ ਨੇ ਤੇ ਹਰ ਬੰਦਾ ਕਾਰਡ ਬਣਾਇਆ ਟੋਰੇ ਹੁੰਦਾ ਹੁਣ ਵੇਖੋ ਨਾ ਤੁਸੀਂ ਇੱਕ ਗੱਲ ਜਿਹੜੇ ਹੁੰਦੇ ਨੇ ਨਾ ਡੀਸੀ ਸਾਹਿਬ ਜੀ ਜੀ ਜ਼ਿਲ੍ਹੇ ਦੇ ਉਹਨਾਂ ਕੋਲ 2 ਕਰੋੜ ਦੀ ਗੱਡੀ ਹੁੰਦੀ ਹੈ ਜਾ ਤੇ 2 ਗੱਡੀਆਂ ਉਹਨਾਂ ਦੇ ਅੱਗੇ ਤੇ 2 ਗੱਡੀਆਂ ਪਿੱਛੇ ਲੈ ਕੇ ਤੇ 5 ਗੱਡੀਆਂ ਲੈ ਕੇ ਆਉਂਦੇ ਨੇ ਤੇ ਆ ਕੇ ਆਖਣ ਦੇ ਜੀ ਆ ਖੀਰੇ ਦਾ ਰੇਟ ਕਿਉਂ ਜ਼ਿਆਦਾ ਮਹਿੰਗਾ ਲਾਇਆ ਮਹਿੰਗਾ ਲਾਇਆ ਜਿਹੜਾ ਤੁਸੀਂ ਦੇਖੋ ਅਸੀਂ ਸਮਾਨ ਖਰੀਦ ਕੇ ਲਿਆਉਣਾ ਮੰਡੀ ਤੋਂ ਜਿਹੜਾ ਸਾਨੂੰ ਪੇਪਰ ਦਿੰਦੇ ਨੇ ਉਸ ਦੇ ਮੁਤਾਬਕ ਲੱਭਦਾ ਵੀ ਨਹੀਂ ਹੈ ਮਹਿੰਗਾ ਲੱਭਦਾ ਸਮਾਨ ਜ਼ਾਰੀ ਗੱਲ ਅਸਾਂ ਤੂੰ ਇੱਥੇ ਲਿਆ ਕੇ ਵੇਚਣਾ ਫਿਰ ਉਹ ਤੇ ਉਸ ਹਿਸਾਬ ਨਾਲ ਵੇਚਣਾ ਉਹ ਇਹਨਾਂ ਮਤਲਬ ਆਵਾਮ ਦਾ 10-15,000 ਰੁਪਇਆ ਖਰਚ ਕੇ ਤੇ ਇੱਥੇ ਆਉਣਾ ਤੇ ਆ ਕੇ ਤੇ ਨਿੰਬੂ ਦਾ ਤੇ ਖੀਰੇ ਦਾ ਰੇਟ ਜਿਹੜਾ ਉਹਨੂੰ ਮਤਲਬ ਤੇ ਫਿਰ ਉਹਨਾਂ ਨੂੰ ਖੁਦ ਸੋਚਣਾ ਚਾਹੀਦਾ ਨਾ ਨਾਲ 6 ਬੰਦੇ ਨਾਲ ਲੈ 6 ਬੰਦੇ ਕਾਹਨੂੰ ਲੈ ਤੁਹਾਨੂੰ ਕਾਹਦਾ ਖੌਫ ਹੈ ਹਾਂ ਉਹੀ ਨਾ ਫਿਰ ਦਫ਼ਤਰ ਹੀ ਬਹੁਤ ਤੁਸੀਂ 6 ਬੰਦੇ ਨਹੀਂ ਨਾਲ 2 ਗੱਡੀਆਂ ਵੀ ਹੁੰਦੀਆਂ ਨੇ ਸਹੀ ਉਹੀ ਅਰਜ਼ ਕਰ ਲੱਗਿਆ ਨਾ ਨਾਲ 2 ਗਨਮੈਨ ਹੁੰਦੇ ਲੋਕਾਂ ਦੇ ਨਜ਼ਰ ਨਹੀਂ ਪਿੱਛੇ ਹੁੰਦੇ ਨੇ 2-3 ਗੱਡੀਆਂ ਹੁੰਦੀਆਂ ਨੇ ਪੈਟਰੋਲ ਸੜਦਾ ਸਭ ਕੁਝ ਕੀ ਜੀ ਚੁੱਕਿਆ ਸੜੇ ਉਹ ਖੀਰਾ ਗੰਦਾ ਤੁਹਾਡੇ ਕੋਲ ਜਾਂ ਮਰਜ਼ ਗੰਦੀ ਹੈ ਮਾਲਟੇ ਗੰਦੇ ਨੇ ਲੇਕਿਨ ਆਵਾਮ ਦਾ ਨੁਕਸਾਨ ਹੈ ਨਾ ਖੀਰਾ ਗੰਦਾ ਤੇ ਆਵਾਮ ਦਾ ਨੁਕਸਾਨ ਹੋ ਗਿਆ ਉਹ ਪੈਟਰੋਲ ਜਿਹੜਾ ਸੜ ਕੇ ਆਇਆ ਉਹ ਨੁਕਸਾਨ ਕੋਈ ਨੁਕਸਾਨ ਠੀਕ ਆ ਗਿਆ ਜੀ ਸਹੀ ਹੈ ਠੀਕ ਬਹੁਤ ਮਿਹਰਬਾਨੀ ਤੁਹਾਡਾ ਭਾਈ ਮਰਵਾਈ ਨਾ ਕਿ ਕੋਈ ਅੱਲਾਹ ਮਾਫ और सुनाओ सेहत भी ठीक है अल्हम्दुलिल्लाह ठीक पेट्रोल 55 रुपये सिर्फ लीटर ਵਧਿਆ जी ਉਹ ਨਹੀਂ ਹੈ ਰਹੀ ਹੈ ਜੇ ਅੱਲਾ ਦਾ ਸ਼ੁਕਰ ਹੈ ਨਾਲ ਦਾ ਨਾਲ ਦੀਆਂ ਜੰਗ ਲੱਗੀ ਕਿ ਫਰਕ ਪਤਾ ਉਹ ਇਹਨਾਂ ਕੋ ਇਹ ਕਸੂਰ ਹੈ ਉਹਨਾਂ ਹਕੂਮਤ ਦਾ ਵਿਚਾਰੀ ਦਾ ਕੀ ਕਸੂਰ ਹੈ ਜੰਗ ਜੇ ਲੱਗੀ ਹੈ ਜੀ ਜੀ ਥੋੜਾ ਵਧਿਆ ਹੈ ਮੇਰੇ ਖਿਆਲ ਤੋਂ ਤਾਂ 110 ਵੀ ਵੱਧ ਦਾ ਤੇ ਕੋਈ ਨਹੀਂ ਮਸਲਾ ਆ ਕੋਈ ਨਹੀਂ ਇਨਸ਼ਾਅੱਲਾ ਚਲੋ ਹੁੰਦਾ ਝਟਕਾ ਲੱਗਾ ਕਿਹੜਾ ਪੈਟਰੋਲ ਪੀਣਾ ਹੁੰਦਾ ਹੈ ਖਾਣਾ ਪੀਣੇ ਤੇ ਰੋਟੀ ਹੁੰਦੀ ਹੈ ਆ ਸਾਰੇ ਹਫਤੇ ਨੂੰ ਫਿਰ ਠੀਕ ਹੋ ਜਾਏਗਾ ਅੱਲਾ ਕਰੇਗਾ ਹਫਤੇ ਤੱਕ ਹੋ ਜਾਏਗਾ ਠੀਕ ਇਨਸ਼ਾਅੱਲਾ ਠੀਕ ਹੋ ਜੀ ਜਨਾਬ ਮੁਬਾਰਕ ਆ ਖੁਸ਼ਖਬਰੀ ਦੇਣੀ ਆ ਤੁਹਾਨੂੰ ਹਫਤੇ ਤੱਕ ਤੁਹਾਨੂੰ ਮਤਲਬ 10-15 ਰੁਪਏ ਲੀਟਰ ਘਟੇਗਾ ਵਧਿਆ 55 ਰੁਪਏ ਲੀਟਰ ਇਹਦਾ ਘਟੇਗਾ ਦਾ ਅਗਲੇ ਨੈਕਸਟ ਟਾਈਮ ਫਿਰ ਘਟੇਗਾ ਫਿਰ 10 ਦੀ ਬਾਤ ਮਤਲਬ ਫਿਰ ਘਟੇਗਾ ਗਰੰਟੀ ਨਾਲ ਕਹਿਣਾ ਪਿਆ ਅੱਛਾ ਜੀ ਆ ਉਹ ਸ਼ਬਰੀ ਦਾ ਤਾਂ ਹੁੰਦੀ ਹੈ ਨਾ ਜੇ ਹਫਤੇ ਬਾਅਦ 55 ਰੁਪਏ ਵਧਿਆ ਤੇ 100 ਰੁਪਏ ਘਟਦਾ ਸਰ ਜੀ ਹੁੰਦਾ ਇਹ ਤੁਹਾਡੇ ਯਾਨੀ ਕਿ ਥੋੜੀ ਆਸਤਾ ਥੋੜਾ ਜੰਗ ਲੱਗੀ ਹੈ ਤੁਹਾਡੇ ਸਾਹਮਣੇ ਸਾਰੇ ਕੰਮ ਖਰਾਬ ਹੋਏ ਇੱਕਦਮ ਖੁਸ਼ਖਬਰੀ ਵੀ ਚੰਗੀ ਨਹੀਂ ਨਾ ਹੁੰਦੀ ਆਸਤਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਹਫਤੇ ਬਾਅਦ ਵੇਖੋ ਤੇ 10-12 ਘਟੇਗਾ ਫਿਰ ਅਗਲੇ ਹਫਤੇ ਵੇਖੋ ਤੇ ਫਿਰ ਘਟੇਗਾ ਇਹ ਗਰੰਟੀ ਨਾਲ ਮੈਂ ਕਹਿੰਦਾ ਅਸਲ ਗੱਲ ਪਤਾ ਕੀ ਇਹ ਜਿਹੜੇ ਬੰਦੇ ਨੇ ਨਾ ਜੀ ਇਹਨਾਂ ਨੂੰ ਪਤਾ ਨਹੀਂ ਹੈ ਕਦਰ ਨਹੀਂ ਹੈ ਇਸ ਗਵਰਨਮੈਂਟ ਦੀ ਇਹ ਕਿਤਨਾ ਇਹਨਾਂ ਵਾਸਤੇ ਬਿਹਤਰ ਕੰਮ ਕਰਦੀ ਹੈ ਪੈਟਰੋਲ ਵਧਣ ਦਾ ਇੱਕ ਹੋਰ ਜੰਗ ਵੀ ਹੈ ਤੇ ਇੱਕ ਹੋਰ ਵੀ ਵਜ੍ਹਾ ਨਾ ਪੈਟਰੋਲ ਸਸਤਾ ਹੋਵੇ ਤਾਂ ਬੰਦੇ ਜਿਹੜੇ ਨੇ ਨਾ ਮੁੰਡੇ ਆ ਨਿਆਣੇ ਇਹ ਗਨ ਮਿਲਿੰਗ ਕਰਦੇ ਨੇ ਮੋਟਰਸਾਈਕਲ ਦੇ ਚੱਕੇ ਚੁੱਕਦੇ ਨੇ ਚਲੋ ਪੈਟਰੋਲ ਮਹਿੰਗਾ ਹੋਵੇ ਤਾਂ ਤੇ ਨਾ ਪੈਟਰੋਲ ਹੋਵੇ ਤਾਂ ਤੇ ਨਾ ਇਹ ਗਨ ਮਿਲਿੰਗ ਕਰਨ ਦੇ ਨਹੀਂ ਅੱਲਾ ਕਰੇ ਤਾਂ ਆਪਣੇ ਕੰਮ ਨਿਜ਼ਾਮ ਤੇ ਚਲਾਣਾ ਬੱਚਿਆਂ ਨੇ ਸਕੂਲ ਜਾਣਾ ਆਟਾ ਸਸਤਾ ਹੋਵੇ ਆਟਾ ਜੇ ਸਸਤਾ ਹੋਵੇ ਤਾਂ ਨਾ ਤੇ ਖਾ ਕੇ ਤੇ ਬਦਹਜ਼ਮੀ ਕਰ ਲੈਂਦੇ
ਹਕੂਮਤ ਇਹ ਖਿਆਲ ਰੱਖਦੀ ਹੈ ਤੁਹਾਡਾ, ਤੁਹਾਨੂੰ ਬਦਅਜ਼ਮੀ ਨਾ ਹੋਵੇ, ਅੱਲਾ ਤੁਸੀਂ ਆਫਰ ਨਾ ਜਾਓ ਜੋ ਕੋਈ ਚੋਖਾ ਖਾ ਖਾ ਕੇ। ਅੱਲਾ ਦਾ ਹੁਕਮ ਹੈ ਉਹੀ ਹੋਣਾ ਹੈ, ਨਾ ਹੁਕੂਮਤ ਨੇ ਕਰਨਾ ਹੈ, ਨਾ ਕਿਸੇ ਹੋਰ ਨੇ ਕਰਨਾ ਹੈ। ਨਹੀਂ ਹਕੂਮਤ ਤੇ ਕਰਦੀ ਹੈ ਨਾ, ਜੋ ਬੜਾ ਕੋਈ ਅੱਲਾ ਦਾ ਆਵਾਮ ਹੁਕਮ ਹੈ, ਅੱਲਾ ਨੇ ਬੜਾ ਖਿਆਲ ਕਰਦੀ ਹੈ ਕਿ ਹਕੂਮਤ ਅੱਲਾ ਦਾ ਸ਼ੁਕਰ ਹੈ, ਜੋ ਕੋਈ ਕਰਦੀ ਹੈ ਬਿਹਤਰੀ ਕਰਦੀ ਹਾਂ। ਹੈ। ਨਿਜ਼ਾਮ ਅੱਲਾ ਦਾ, ਉਂਝ ਅਸੀਂ ਖੁਸ਼ ਨਹੀਂ ਹੁੰਦੇ। ਅੱਲਾ ਦਾ ਸ਼ੁਕਰ ਹੈ, ਅਸੀਂ ਖੁਸ਼ ਹਾਂ। ਜੇ ਸਾਨੂੰ ਤੇ ਰੱਖਿਆ ਅੱਲਾ ਦੀ ਦਾਤ ਰੱਖਿਆ ਅਸੀਂ ਖੁਸ਼ ਹਾਂ। ਸਿਰਫ ਤੁਸੀਂ ਖੁਸ਼ ਹੋਣਾ, ਦੂਜੇ ਬੰਦੇ ਨਹੀਂ ਨਾ। ਅਲਹਮਦੁਲਿਲਾ ਉਹ ਨਾ ਨਹੀਂ ਹੋ ਹਾਂ ਹੋ ਜਾਂਦੇ ਇੰਜ ਗੱਲ। ਹਾਂਜੀ ਸੁਣਾਓ, ਕੀ ਹਾਲ ਹੈ, ਠੀਕ ਹੋ? ਸੁਣਾਓ। ਪੈਟਰੋਲ 55 ਰੁਪਏ ਮਹਿੰਗਾ ਹੋਇਆ, ਈਦ ਦੀ ਆਮਦ ਹੈ, ਈਦ ਦੀਆਂ ਖੁਸ਼ੀ ਦੇ ਵਿੱਚ 17ਵਾਂ ਰੋਜ਼ਾ ਰੱਖਿਆ, ਸੁਬਾਹ ਜੀ ਬਾਹਰ ਨਿਕਲੇ ਨੇ ਬੰਦੇ, ਲੱਗੋ 55 ਰੁਪਏ ਰੇਟ ਪੈਟਰੋਲ ਦਾ ਵੱਧ ਗਿਆ। ਕੀ ਹਾਲ ਹੈ? ਈਦ ਦੀ ਖੁਸ਼ੀ ਹੈ ਨਾ। ਅੱਗੇ ਗਰੀਬ ਆਮ ਹੈ ਹਾਂ ਤੇ ਜ਼ਿਆਦਤੀ ਕੀਤੀ ਨੇ 5-10 ਦਾ ਅੱਗੇ ਵਧਾਉਂਦੇ ਨੇ, ਐਤਕੀ ਬਹੁਤ ਜ਼ਿਆਦਾ। ਅੱਛਾ ਹਾਂਜੀ ਜ਼ਿਆਦਤੀ ਹੋ ਗਈ ਹੈ। ਹਾਂਜੀ, ਗਰੀਬ ਆਮ ਹੈ ਤੇ ਵਾਸਤੇ ਕੋਈ ਘੱਟ ਕਰਨ ਦੇ ਬਜਾਏ ਜ਼ਿਆਦਾ। ਨਹੀਂ ਤਾਂ ਅਸਲ ਹੈ ਨਾ, ਸਾਊਦੀ ਅਰਬ ਤੋਂ ਆਉਂਦਾ ਨਾ ਪਾਕ ਪੈਟਰੋਲ, ਸਹੀ। ਪਾਕ ਸਰਜ਼ਮੀਨ ਤੋਂ ਆਉਂਦਾ ਹੈ, ਸਹੀ ਤੇ ਜਿਤਨਾ ਮਹਿੰਗਾ ਲਿਆ ਸਵਾਬ ਨਹੀਂ ਹੁੰਦਾ ਹੈ। ਸਸਤਾ ਹੋਣਾ ਚਾਹੀਦਾ, ਮਹਿੰਗਾ ਨਹੀਂ ਹੋਣਾ ਚਾਹੀਦਾ। ਨਹੀਂ ਸਵਾਬ ਹੋਵੇ ਤਾਂ ਸਾਊਦੀ ਅਰਬ ਤੋਂ ਆਉਂਦਾ ਪੈਟਰੋਲ ਹੈ। ਸੁਣਾਓ, ਕੀ ਹਾਲ ਹੈ, ਠੀਕ ਹੋ? ਹਾਂਜੀ ਲੋ ਜੀ, ਆ ਬੰਦੇ ਨੂੰ ਸਹੀ ਪਤਾ ਹੋਵੇ ਤਾਂ ਸੁਣਾਓ, ਕੀ ਹਾਲ ਹੈ, ਠੀਕ ਹੋ? ਓਏ ਈਦ ਦੀ ਆਮਦ ਹੈ, ਹਾਂ ਤੇ ਪੈਟਰੋਲ 55 ਤੇ ਰੁਪਏ। ਮਰੀਮ ਦੀ ਵੀ ਆਮਦ ਹੈ ਨਾਲ, ਚਲੀ ਉਹਦੀ ਵੀ ਆਮਦ। ਤਮੀਜ਼ ਨਾ ਬਣਾ। ਨਹੀਂ ਮਰੀਮ ਦੀ ਵੀ ਤੇ ਆਮਦ ਹੈ ਨਾ, ਨਹੀਂ ਭਾਈ ਤਮੀਜ਼ ਵਾਲੀ ਕਿਹੜੀ, ਮੇਰੇ ਤੋਂ ਦਿੱਕੀ ਹੈ ਉਹ। ਮੈਂ ਤਾਂ ਮਰੀਮ ਹੀ ਆਣਾ ਨਾ, ਬਾਕੀ ਦਾ ਨਹੀਂ ਆਖਣਾ। ਪਰ ਉਹ ਤਾਂ ਸਾਡੇ ਸੀਐਮ ਸਾਹਿਬਾਂ ਨੇ ਪੰਜਾਬ ਉਹ ਤੁਹਾਡੇ ਸੀਐਮ ਸਾਹਿਬ ਸਹੀ, ਬਾਕੀ ਯਾਰ ਗੱਲ ਤੇ ਇਹ ਵਾ, ਕੋਈ ਇਨਸਾਫ ਨਹੀਂ ਹੁੰਦਾ ਕਿ ਜ਼ਿਆਦਾ ਕਿਸ ਚੀਜ਼ ਦੀ ਜੰਗ ਦੇ ਲੱਗੀ ਜਿਹਨਾਂ ਦੀ ਉਹਨਾਂ ਦੇ ਰੁਪਈਆ ਨਹੀਂ ਵਧਾਇਆ, 55 ਵਧਾ ਲਏ ਨੇ। ਉਹ ਕਰਮਾ ਰਿਓ ਪੈਟਰੋਲ ਆਉਂਦਾ ਸਾਊਦੀ ਅਰਬ ਤੋਂ, ਸਾਊਦੀ ਅਰਬ ਪਾਕ ਸਰਜ਼ਮੀਨ ਤੋਂ ਪੈਟਰੋਲ ਆਉਂਦਾ ਹੈ, ਮੁਸਲਮਾਨ ਪੈਟਰੋਲ ਹੈ। ਜਿਤਨਾ ਮਹਿੰਗਾ ਲੋ ਉਹਦੇ ਸਵਾਬ ਚੋਖਾ ਹੋਵੇ ਤਾਂ ਰੋਜ਼ਿਆਂ ਵਿੱਚ ਮੇਰੀ 50 ਰੋਜ਼ਿਆਂ ਵਿੱਚ ਸਾਲ ਚੋਖੇ ਤੋਂ ਚੋਖਾ ਸਵਾਬ ਨਹੀਂ ਬੰਦੇ ਲਾਉਂਦੇ ਹਨ। 50 ਸਾਲ ਸ਼ਰਾਬੀਆਂ ਪੜਦੇ ਨੇ ਬੰਦੇ, ਰੋਜ਼ੇ ਖੁਲਵਾਉਂਦੇ ਨੇ ਸਵਾਬ ਵਾਸਤੇ। ਸਵਾਬ ਤੇ ਹੈ ਉਹ ਭਾਜੀ ਗੱਲ ਤੇ 50 ਸਾਲ ਦੀ ਉਮਰ ਦੇ ਵਿੱਚ ਹੁਕਮਰਾਨ ਇੱਕ ਵੀ ਬੰਦੇ ਦਾ ਪੁੱਤਰ ਨਹੀਂ ਲੱਭਾ, ਹਾਂ ਇੱਕ ਵੀ ਨਹੀਂ ਲੱਭਾ। ਅੱਛਾ ਮਰੀਮ ਹੋਵੇ, ਇਮਰਾਨ ਹੋਵੇ, ਨਵਾਜ਼ ਸ਼ਰੀਫ ਹੋਵੇ, ਇੱਕ ਵੀ ਹੁਕਮਰਾਨ ਬੰਦੇ ਦਾ ਪੁੱਤਰ ਆਵਾਮ ਵਾਸਤੇ ਨਹੀਂ ਲੱਭਾ। ਇਹ ਅਸੀਂ ਗਾਰੰਟੀ ਨਾ ਕਹਿੰਦੇ। ਮੁਲਕ ਦਾ ਜਵਾਬ ਜਿਹੜਾ ਨਾ ਗਰੀਬ ਆਵਾਮ ਦਾ ਸਾਹ ਕੱਢਣਾ, ਹਾਂ ਇਹ ਹੱਥ ਪਾ ਕੇ ਕੱਢਦੇ ਨੇ, ਉਂਝ ਨਹੀਂ ਸਾਹ ਉਂਝ ਕੱਢਦੇ। ਵੈਸੇ ਨਾ ਸਿਆਸਤ ਤੋਂ ਹਟ ਕੇ ਮੈਂ ਐਸ ਯਾਰ ਹੁਕੂਮਤ ਨੇ ਦੇਖੋ, ਕੁਝ ਨਾ ਮੈਂ ਕੁਝ ਕੰਮ ਕੀਤੇ ਨੇ ਆਵਾਮ ਵਾਸਤੇ ਬਿਹਤਰ। ਜਿਹੜੇ ਕੀਤੇ ਨੇ ਉਹਨਾਂ ਨੂੰ ਮਤਲਬ ਹਰ ਤਰ੍ਹਾਂ ਦਾ ਅਸੀਂ ਸ਼ਾਬਾਸ਼ ਕਰਨੇ ਆ। ਠੀਕ ਹੈ, ਜਿਹੜਾ ਨਹੀਂ, ਇਹ ਹੁਣ ਜਿਹੜਾ ਜ਼ੁਲਮ ਇਹਨੇ ਕੀਤਾ ਹੈ, ਇਹ ਸਰਾਸਰ ਜ਼ੁਲਮ ਇਹਨੇ ਕੀਤਾ ਹੈ। ਅੱਛਾ ਕਿਉਂ? ਪਹਿਲੇ ਨੰਬਰ ਤੇ ਸਾਡੇ ਕੋਲ ਮਹੀਨੇ ਦਾ ਤੇਲ ਵੈਸੇ ਪਿਆ, ਹਾਂ ਠੀਕ ਹੈ। ਹਾਂ ਉਸ ਤੋਂ ਇਲਾਵਾ ਸਾਡੇ ਮੁਲਕ ਦੀ ਜੰਗ ਨਹੀਂ, ਸਾਡਾ ਤੇਲ ਨਹੀਂ ਬੰਦ ਹੋਇਆ। ਇਹਦਾ ਮਕਸਦ ਹੀ ਨਹੀਂ ਆ ਤੇਲ ਵਧਾਉਣਾ। ਇਹਦੇ ਗਰੀਬਾਂ ਦੀ ਈਦ ਵੀ ਖੋਣ ਦੇ ਚੱਕਰ ਦੀ ਪਈ ਹੈ। ਓਏ ਯਾਰ ਉਹਨਾਂ ਦੇ ਖਰਚੇ ਵੀ ਤਾਂ ਬੜੇ ਨੇ ਨਾ, ਵੇਖੋ ਨਾ ਅੱਗੇ ਖਰਚੇ ਹੁਣ ਯਾਰ ਪ੍ਰੋਟੋਕੋਲ ਆਪਣੇ ਕੰਟਰੋਲ ਨਹੀਂ ਨਾ ਕਰਦੇ ਯਾਰ, ਮਾੜਿਆਂ ਨੂੰ ਕਰਨਾ ਚਾਹੀਦਾ। ਤੁਹਾਡੇ ਵਾਸਤੇ ਹੀ ਉਹਨਾਂ ਦਾ ਪ੍ਰੋਟੋਕੋਲ ਹੈ ਨਾ। ਅਸੈਂਬਲੀਆਂ ਜਾਣਾ ਹੁੰਦਾ, ਗੱਡੀਆਂ ਤੇ ਬੈਠ ਕੇ ਉਹ ਤੁਹਾਡੇ ਵਾਸਤੇ ਜਾਂਦੇ ਨੇ ਨਾ, ਉੱਥੇ ਜਾ ਕੇ ਤੁਹਾਡੇ ਵਾਸਤੇ ਆਟਾ ਮਹਿੰਗਾ ਕਰਦੇ ਨੇ, ਚੀਨੀ ਮਹਿੰਗੀ ਕਰਦੇ ਨੇ। ਲੋ ਜੀ ਇਹ ਭਾਈ ਹੋਰੀ ਤੇ ਹੈ ਨਹੀਂ, ਜਜ਼ਬਾਤੀ ਹੋਏ ਨੇ। ਅਸੀਂ ਆਪਣੇ ਬੱਚੇ ਖੁਦਾ ਪਾਕ ਦੀ ਕਸਮ ਹੈ, 500 ਦਾ ਸੂਟ ਮਰਾਨ ਭਾਈ ਥੋੜੇ ਪਿੱਛੇ ਹੋ ਕੇ ਬਣਾ। 500 ਰੁਪਏ ਦਾ ਸੂਟ ਲਿਆਂਦਾ। ਮੁਲਕ ਦੇ ਵਿੱਚ ਉਹਨੂੰ ਵੀ ਮੁਸਲਮਾਨ ਨੇ ਸ਼ਹੀਦ ਹੁੰਦੇ ਨੇ ਪਏ, ਲੇਕਿਨ ਸਾਡੇ ਵੀ ਮੁਲਕ ਦਾ ਕੰਮ ਯਾਰ ਹਾਜੀ ਜੀ ਗੱਲ ਪਤਾ ਕੀ ਹੈ, ਜਿਹੜਾ ਤੰਗ ਕਰਨਾ, ਜਿਹੜਾ ਉਹ ਹਾਜੀ ਸਾਹਿਬ ਗੱਲ ਹੈ ਕਿ ਮੈਂ ਚੰਗਾ ਭਲਾ ਬੰਦਾ, ਜੱਜ ਕੋਈ ਮਾੜਾ ਕਮਜ਼ੋਰ ਨਹੀਂ ਹੈ। ਜੱਜ ਹੁਣ 500 ਦਾ ਸੂਟ ਮੈਂ ਪਰਸੋਂ ਲੰਡੇ ਜੂ ਲੈ ਕੇ ਆਇਆ। ਜੱਜ ਝੂਠ ਵਾਲੀ ਕਿਹੜੀ ਗੱਲ ਨਹੀਂ, ਨਵੇਂ ਦੀ ਮਤ ਹੈ। ਜੱਜ ਜੇ ਅਗਰ ਮਤਲਬ ਅਸੀਂ ਹੁਣ ਬਿਜਲੀ ਦਾ ਬਿੱਲ 50 ਯੂਨਿਟ ਦਾ 1500 ਰੁਪਇਆ ਬਿੱਲ, ਉਂਝ ਕਹਿੰਦੇ ਨੇ ਅਸੀਂ 8 ਰੁਪਏ ਲਾਉਂਦੇ ਆ, 7 ਰੁਪਏ ਲਾਉਂਦੇ, ਕਿੱਥੇ ਲਾਉਂਦੇ ਨੇ? ਮੈਨੂੰ ਵੀ ਦੱਸੋ। ਟੈਕਸੋ ਨੂੰ ਤੇਲ ਵਧਾ, ਕਮਾਲ ਹੀ ਨਹੀਂ ਕਰ ਰਿਹਾ ਯਾਰ ਇਹਨਾਂ ਦੀ। ਸਾਰੇ ਚੋਰ ਇਕੱਠੇ ਹੋਏ ਨੇ। ਚਲੋ ਖੈਰ, ਉਹ ਜੇ ਲਿਆਂਦਾ ਨੇ ਬੜਾ ਮਤਲਬ ਅਸੀਂ ਬੜਾ ਨਾਡੂ ਖਾਂਦਾ, ਉਹ ਇਹਨਾਂ ਨੂੰ ਵੱਡਾ ਚੋਰ ਨਿਕਲਿਆ। ਹਾਂ ਉਹਨੇ ਕਿ ਲਾਲਾ ਜੀ ਜਿਹੜਾ 55 ਰੁਪਏ ਤੇਲ ਆ ਉਹਨੇ 150 ਤੇ ਲੈ ਗਿਆ। ਉਹ ਜੀ ਨਾਰੇ, ਉਹ ਜੀ ਇੰਜ ਤੇ ਉਹ ਇੰਜ ਕਰਦੇ ਦਾ। ਜੇ ਰਾਸ਼ਨ ਕਹਿੰਦਾ 2 ਕਿਲੋ ਦੁੱਧ ਵੀ ਘਰ ਦੇ ਕਰੇਗਾ, ਆਟਾ ਮੋਹਰ ਦੇ ਕਰੇਗਾ। ਜਿਹੜੀ ਕਣਕ 18 15 16 ਹਜ਼ਾਰ ਤੋਂ ਮਾਣੀ, ਉਹ ਕਣਕ ਜਨਾਬ 60 ਹਜ਼ਾਰ ਤੋਂ ਮਾਣੀ, 70 ਹਜ਼ਾਰ ਤੋਂ ਮਾਣੀ। ਉਹ ਇਹਨਾਂ ਤੋਂ ਵੱਡਾ ਚੋਰ ਨਿਕਲਿਆ।
ਜੇ ਹੁਣੇ ਆਏ ਤੇ ਹੁਣੇ ਉਹਦੇ ਤੂੰ ਬੱਤਰ ਹੋ ਕੇ ਦੱਸਣ ਦੇ ਵਾਸੀ ਵੀ ਬੰਦੇ ਦੇ ਪੁੱਤਰ ਚਲੋ ਅੱਲਾ ਖੈਰ ਚੋਰ ਨੇ ਚੋਰ 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 ਜਿਤਨੀਆਂ ਘੁੰਮਤਾਈਆਂ ਸਭ ਚੋਰ ਨੇ ਬਸ ਇੱਕੋ ਹੀ ਗੱਲ ਚੰਗਾ ਕਿਸੇ ਨੇ ਵੀ ਨਹੀਂ ਕੀਤਾ ਕਿਸੇ ਬੰਦੇ ਨੇ ਬੰਦੇ ਦੇ ਪੁੱਤਰ ਵਾਲਾ ਨਹੀਂ ਗਰੀਬ ਯਾਰ। ਬੰਦੇ ਵਾਸਤੇ ਕਿਸੇ ਵੀ ਨਹੀਂ ਸੋਚਿਆ ਇੰਜ ਨਾ ਕਰ ਇਮਾਨਦਾਰੀ ਦੀ ਗੱਲ ਹੈ ਕਿਸੇ ਬੰਦੇ ਨਹੀਂ ਸੋਚਿਆ ਮਾੜੇ ਬੰਦੇ ਮਜ਼ਦੂਰ ਬੰਦੇ ਨੂੰ ਅੱਜ ਕਿਸ ਨੂੰ ਦਿਲ ਤੇ ਪੁੱਛ ਲਓ ਕੋਈ ਬੰਦਾ ਕਹਿ ਦੇ ਮੈਂ ਮਤਲਬ ਇਸ ਗੱਲ ਦਾ ਜੁਰਮਾਨਾ ਦਿਆਂਗਾ ਮੈਂ ਕਿਸੇ ਨੂੰ ਮਤਲਬ ਕਿਸੇ ਮਾੜੇ ਨੂੰ ਆ ਕੇ ਆਟੇ ਦਾ ਪੁੱਛਿਆ ਚੀਨੀ ਦਾ ਪੁੱਛਿਆ ਦੁੱਧ ਦਾ ਪੁੱਛਿਆ ਬਿਮਾਰੀ ਹਾਰੀ ਦਾ ਪੁੱਛਿਆ ਤਾਂ ਗੱਲ ਕਰ ਲੈ ਮੇਰਾ ਆਪਣਾ ਭਰਾ ਨਹੀਂ 4 ਸਾਲ ਨਹੀਂ ਹੋ ਗਏ ਬਿਮਾਰ ਨਹੀਂ ਪਿਆ ਹੈ ਵੀ ਸਰਕਾਰੀ ਹਸਪਤਾਲਾਂ ਭਾਈ ਭੱਜ ਕੇ ਇਲਾਜ ਲਿਆ ਕਿਸੇ ਇਲਾਜ ਹੀ ਨਹੀਂ ਕੀਤਾ ਅਸੀਂ 2 ਲੱਖ ਦੇ ਕੇ ਸੀ ਮੈਂ ਇੱਕ ਕਰਾਇਆ ਉੱਥੇ ਤੇ ਪੁੱਛਦੇ ਹੀ ਕੋਈ ਨਹੀਂ ਨਾ ਸਰਕਾਰੀ ਹਸਪਤਾਲਾਂ ਵਿੱਚ ਤਾਂ ਉਹ ਪੁੱਛਦੇ ਪਾ ਨਹੀਂ ਗੱਲ ਇਹ ਹੈ ਨਾ ਇਹ ਪਈ ਉੱਥੇ ਬਹਿ ਕੇ ਪਈ ਕਿੱਲੇ ਵਾਸੀ ਮੈਂ ਤਾਂ ਇਹ ਕਰ ਦਿੱਤਾ ਸੀ ਇਹ ਕਰ ਜਦੋਂ ਸਾਨੂੰ ਨਹੀਂ ਸਹੂਲਤ ਹੈ ਤਾਂ ਦੁਨੀਆ ਸਹੂਲਤਾਂ ਨੂੰ ਅਸੀਂ ਕੀ ਕਰਨਾ ਪ੍ਰੋਟੋਕਾਲ ਲੰਦੀ ਹੈ ਪੀਏ ਲੰਦੀ ਹੈ ਵਜ਼ੀਰ ਆਜ਼ਮ ਲੰਦੇ ਨੇ ਜਿਨ੍ਹਾਂ ਕੋਲੇ ਪੈਸਾ ਜਿਨ੍ਹਾਂ ਨੂੰ ਬਿੱਲ ਦੇਣੇ ਟੈਕਸ ਦੇਣੇ ਚਾਹੀਦੇ ਨੇ ਔਰ ਯਸ਼ੀਆਂ ਕਰਦੇ ਫਿਰਦੇ ਨੇ ਗਰੀਬ ਆਵਾਮ ਦੇ ਵਿੱਚ ਤੁੰਨ ਕੇ ਕੱਢੀ ਜਾਂਦੇ ਨੇ ਕੀ ਕਰਨਾ ਨੇ ਹੁਣ ਸਾਡੇ ਅਸੀਂ ਆਪਣੇ ਟੁੱਕਰ ਤੋਂ ਮਜਬੂਰ ਹੋਏ ਪਏ ਆ ਜੇ ਸਹੀ ਪੁੱਛਦੇ ਹੋ ਤੇ ਸਿਰਫ ਇਹ ਗਲਤੀ ਇਹ ਵੇ ਕਿ ਅਸੀਂ ਪਾਕਿਸਤਾਨ ਵਿੱਚ ਪੈਦਾ ਹੋਏ ਬਸ ਚੋਰਾਂ ਦੇ ਮੁਲਕ ਵਿੱਚ ਪੈਦਾ ਹੋਏ ਨਾ ਮੁਸਲਮਾਨ ਨੇ ਕੰਮ ਇੱਕ ਬੰਦੇ ਦੇ ਪੁੱਤਰਾਂ ਵਾਲਾ ਨਹੀਂ ਸਾਡੇ ਕੋਲ ਉਹ ਕਹਿੰਦੀ ਹੈ ਸੇਬ ਵਿੱਚ 420 ਰੁਪਏ ਤੇਲ ਵਧਾਉਂਦੀ ਹੈ 55 ਰੁਪਏ ਰੇਟ ਸੇਬ ਦਾ ਤੇ ਉੱਥੇ 420 ਦੇ ਰੱਖਿਆ ਇਹ ਦਿੰਦੇ ਰੁਪਏ 5000 ਦੀ ਟੋਕਰੀ 8 ਕਿਲੋ ਸੇਬ ਕਿਸ ਤਰ੍ਹਾਂ ਤੇ ਇਹਦਾ ਲਿਆਉਣ ਵਾਲਾ ਮੈਨੂੰ ਦੱਸੋ ਲਿਆ ਕੇ ਵੇਚ ਕੇ ਮਰੀਮ ਨੇ ਆ ਜਾ ਮੇਰੇ ਅੱਗੇ ਆ ਕੇ ਮੈਨੂੰ ਵੇਚ ਕੇ ਦੱਸੇ ਲੈ ਕੇ ਦੱਸੇ ਮੰਡੀ ਚੋਂ ਪਹਿਲੇ ਨੰਬਰ ਤੇ ਸਾਫ ਸੇਬ ਹੀ ਨਹੀਂ ਹੈ ਵਿੱਚੋਂ 2 ਕਿਲੋ 1.5 ਕਿਲੋ 2 ਕਿਲੋ 3 ਕਿਲੋ ਪੇਟੀ ਗਲਤ ਨਿਕਲ ਰਿਹਾ ਇਹ ਤਾਂ ਫਿਰ ਅਸੀਂ ਲੋਕ ਕਰਨੇ ਆ ਨਾ ਇਹ ਬਾਕੀ ਗੱਲ ਯਾਰ ਹੁਕੂਮਤ ਦਾ ਕੰਮ ਹੈ ਨਾ ਹਰ ਪਾਸ ਫਿਰ ਕੰਟਰੋਲ ਕਰੇ ਤੇਲ ਵਧਾਇਆ 55 ਰੁਪਏ ਤੇ ਇਹਦਾ ਰੇਟ ਕਿਉਂ ਨਹੀਂ ਵਧਿਆ ਵੀ ਅਸਰ ਨਹੀਂ ਪਿਆ ਟੋਕਰੀ ਤੇ ਜਿਹੜੀ ਟੋਕਰੀ 3600 ਦੀ 3500 ਦੀ ਉਹ ਟੋਕਰੀ 4500 ਦੀ ਵਿਕਦੀ ਹੈ ਵੀ ਇਹਦਾ ਤਾਂ ਅਸਰ ਨਹੀਂ ਪਿਆ ਵੀ ਹੁਣ ਜਿਹੜੇ ਬੰਦੇ ਸੇਬ ਚੈੱਕ ਕਰਨ ਆ ਰਹੇ ਨੇ ਨਾ ਜਿਨ੍ਹਾਂ ਨੇ ਚੈੱਕ ਕਰਨੇ ਹੁੰਦੇ ਨੇ ਕਿ ਕੋਈ ਖਰਾਬ ਸੇਬ ਨਾ ਹੋਵੇ ਉਹਨਾਂ ਨੂੰ ਦੇਖੋ ਜਿਹੜੀ ਗੱਡੀ ਹੁੰਦੀ ਹੈ ਨਾ 2 ਕਰੋੜ ਦੀ ਗੱਡੀ ਹੁੰਦੀ ਹੈ ਉਹਨਾਂ ਨੂੰ 2000 2500 ਯੂਨਿਟ ਫ੍ਰੀ ਹੈ ਬਿਜਲੀ ਦੀ ਹਰ ਸ਼ਹਿਰ ਨਾਲ 5000 ਪੈਟਰੋਲ ਲੀਟਰ ਜਿੰਨਾ ਫ੍ਰੀ ਹੈ ਅਗਰ ਇਹ ਕਰਦੀ ਨਾ ਇਹ ਕਰਦੀ ਜਿਹੜੇ ਜਿਤਨੇ ਆਪਦਾ ਪੈਸੇ ਵਾਲੇ ਉਹਨਾਂ ਕੋਲ ਬਿੱਲ ਵੀ ਲੈ ਉਹਨਾਂ ਕੋਲ ਟੈਕਸ ਵੀ ਲੈ ਮਾੜਿਆਂ ਨੂੰ ਆਖੇ ਜਾਓ ਮौज ਕਰੋ ਫਿਰ ਪਤਾ ਲੱਗੇ ਬਈ ਹੁਕੂਮਤ ਸਾਡੇ ਵਾਸਤੇ ਚੰਗੀ ਹੈ ਮਾੜੇ ਚੌੜੇ ਹੋ ਜਾਣ ਚੁੱਕੇ ਫਿਰ ਤਾਂ ਕੇ ਫਿੱਟ ਜਾਣ ਮੈਂ ਕਹਿੰਦਾ ਇੱਥੇ ਵੀ ਰੱਖੋ ਨਾ ਅੱਗੇ ਢਿੱਡ ਕੱਢਿਆ ਤੁਸੀਂ ਹੋਰ ਮੈਂ ਕਹਿੰਦਾ ਤੁਸੀਂ ਸਸਤੀਆਂ ਚੀਜ਼ਾਂ ਹੋ ਜਾਣ ਤਾਂ ਫਿਰ ਹੋਰ ਚੋਖਾ ਤੁਹਾਡਾ ਨਿਕਲ ਆਵੇ ਤੁਸੀਂ ਦੇਖੋ ਨੂੰ ਲਿਆ ਕੇ ਵੇਖ ਲਓ ਉਹ ਕੀ ਕਰੇਗਾ ਅੱਗੇ ਵੀ ਲਿਆਂਦਾ ਜੇ ਜਿਹੜਾ ਛੜੇ 55 ਆਇਆ ਉਹ 150 ਤੋਂ ਨੇ ਖੜਿਆ ਠੀਕ ਹੈ ਅੱਗੋਂ ਇਹ ਆ ਗਏ ਨਾ 1.5 3 ਤੇ ਖੜਿਆ ਠੀਕ ਹੈ ਸਵਾ ਤਰਾ ਤੇ ਨਹੀਂ ਉਹ ਸਵਾ 3 ਤੇ ਹੁਣ ਗਿਆ ਨਾ ਹੁਣ ਮੈਂ ਕਹਿੰਦਾ ਇੱਕ ਵਾਰ ਦੁਬਾਰਾ ਉਹਨੂੰ ਫੇਰ ਲਿਆਓ ਫਿਰ ਪਤਾ ਲੱਗੇ ਮੈਂ ਹੁਣ ਕਿੰਨੇ ਦਾ ਕਰਦਾ ਕਿਉਂਕਿ ਹੁਣ ਤੇ ਜੰਗ ਲੱਗ ਗਈ ਹੈ ਨਾ ਹੁਣ ਤੈਨੂੰ ਵੀ ਦਿਸ ਪਿਆ ਨਾ ਜੰਗ ਲੱਗ ਗਈ ਹੈ ਬਾਬੇ ਰੋਜ਼ ਮਿਜ਼ਾਈਲ ਪੈ ਹੋਰ ਡਿੱਗੇ ਨੇ ਇਸਲਾਮਾਬਾਦ ਡਿੱਗੇ ਨੇ ਸਰਗੋਦ ਦੇ ਡਿੱਗੇ ਨੇ ਅੱਲਾ ਮਾਫ ਕਰੇ ਇੱਥੇ ਕਿੱਥੋਂ ਡਿੱਗੇ ਨੇ ਮਿਜ਼ਾਈਲ ਅੱਲਾ ਦੀ ਜ਼ਾਤ ਮਿਜ਼ਾਈਲ ਉਹਦਾ ਡਿੱਗਣ ਵਾਲੇ ਪਾਸੇ ਡਿੱਗੇ ਸਾਡੇ ਆਈ ਹਵੇ ਸਾਡੇ ਵੀ ਢਿੱਡ ਘਟਣ ਕੋ ਸਾਡੇ ਵੀ ਆਵਾਮ ਘਟੇ ਕੋ ਬੈਗ ਵਈ ਘਟੇ ਹਾਂ ਸਾਡੀ ਤਾਂ ਫਿਰ ਆਖਰੀ ਦੁਆ ਹੈ ਚਲੋ ਜੀ ਬਾਕੀ ਅੱਲਾ ਪਾਕ ਜਨਾਬ ਕਰਮ ਕਰੇ ਤੇ ਲੋ ਜੀ ਜਨਾਬ ਇਹ ਆਵਾਮ ਦੀ ਰਾਏ ਵੇ ਆਵਾਮ ਦੇ ਆ ਜਨਾਬ ਤਾਸਰਾਤ ਨੇ ਹਾਲਾਤ ਨੇ ਤੇ ਗੱਲ ਕਰਨੇ ਦਾ ਮਤਲਬ ਇਹ ਵੇ ਕਿ ਠੀਕ ਹੈ ਜੰਗ ਲੱਗੀ ਹੈ ਈਰਾਨ ਨੇ ਪੈਟਰੋਲ ਦੇ ਰਸਤੇ ਜਿਹੜੇ ਨੇ ਉਹ ਬੰਦ ਕੀਤੇ ਨੇ ਨਹੀਂ ਉਹਨੇ ਕਿਸੇ ਆਲ ਮੁਲਕ ਦਾ ਨਹੀਂ ਕੀਤਾ ਰਸਤਾ ਬੰਦ ਉਹਨੇ ਅਮਰੀਕਾ ਦਾ ਤੇ ਇਸਰਾਇਲ ਦਾ ਬੋਲ ਕੇ ਬਾਕੀ ਇਹ ਬੰਦਿਆਂ ਦੀ ਵੀ ਗੱਲ ਠੀਕ ਹੈ ਕਿ ਜਦੋਂ ਦਾਵਾ ਸੀ ਕਿ 1 ਮਹੀਨੇ ਦਾ ਸਾਡੇ ਕੋਲ ਪੈਟਰੋਲ ਮੌਜੂਦ ਹੈ ਤੇ ਉਹ 1 ਮਹੀਨਾ ਜਿਹੜਾ ਉਹ ਮਤਲਬ ਹੈ ਕਿ ਪੈਟਰੋਲ ਮੌਜੂਦ ਹੈ ਤੇ ਮਹਿੰਗਾ ਨਹੀਂ ਕਰਨਾ ਚਾਹੀਦਾ ਆ ਦੂਸਰੀ ਗੱਲ ਇਹ ਵੇ ਕਿ ਇਹ ਪੈਟਰੋਲ ਮਹਿੰਗਾ ਕਰਨ ਨਾਲੋਂ ਜਾਂ ਆਵਾਮ ਤੇ ਬੋਝ ਪਾਉਣ ਨਾਲੋਂ ਅਗਰ ਹੁਕੂਮਤ ਥੋੜੇ ਕੋ ਆਪਣੇ ਪ੍ਰੋਟੋਕੋਲਾਂ ਵੱਲ ਧਿਆਨ ਕਰੇ ਆਪਣੇ ਪ੍ਰੋਟੋਕੋਲ ਘੱਟ ਹੋਣ ਇਹਨਾਂ ਦੇ ਤੇ ਉਹ ਜਿਹੜਾ ਆਵਾਮ ਨੂੰ ਕੋਈ ਰਿਲੀਫ ਮਿਲਿਆ ਜਾਏ ਚਲੋ ਆਵਾਮ ਦਾ ਵੀ ਸਾਹ ਸੌਖਾ ਹੋਵੇ ਹਾਲਾਤ ਦਾ ਤੁਹਾਨੂੰ ਜਨਾਬ ਪਤਾ ਚੱਲ ਗਿਆ ਉਹ ਜੇ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੈ ਜੇਕਰ ਆਖੀਏ ਕਿ ਹਕੂਮਤ ਨੂੰ ਨਹੀਂ ਪਤਾ ਹਕੂਮਤ ਨੂੰ ਵੀ ਪਤਾ ਹੀ ਹੈ ਤੇ ਹਕੂਮਤ ਫਿਰ ਪਤਾ ਨਹੀਂ ਕੀ ਗੱਲ ਹੈ ਕਿ MNA MP ਜਿਹੜੇ ਨੇ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਮੈਂਬਰ ਸੂਬਾਈ ਅਸੈਂਬਲੀ ਉਹਨਾਂ ਦੇ ਅਖਰਾਜਾਤ ਨਹੀਂ ਘੱਟ ਕਰਨੇ ਹਨ ਤੇ ਆਵਾਮ ਤੇ ਜਿਹੜਾ ਉਹ ਹਰ ਵਾਰੀ ਸਿਰਫ ਇਹ ਆਵਾਮ ਨੇ ਠੇਕਾ ਚੁੱਕੇ ਹੈ ਕਿ ਜਿਸ ਵਕਤ ਕੋਈ ਆਫਤ ਹੋਣੀ ਹੈ ਜਿਸ ਵਕਤ ਕੋਈ ਮਸਲਾ ਮਸਾਲ ਬਣਨਾ ਹੈ ਆਵਾਮ ਤੇ ਬੋਝ ਪੈਣਾ ਹੈ ਆਵਾਮ ਨੇ ਭਾਰ ਚੁੱਕਣਾ ਹੈ
ਕਿਆ ਕੋਈ ਜਿਹੜੇ ਵਜ਼ੀਰ ਵਗੈਰਾ ਨੇ, ਹੁਕਮਰਾਨ ਵਗੈਰਾ ਨੇ, ਉਹਨਾਂ ਨੇ ਆਪਣੇ ਤੇ ਉਹਨਾਂ ਤੇ ਬੋਝ ਨਹੀਂ ਪੈ ਸਕਦਾ, ਉਹ ਆਪਣੇ ਪ੍ਰੋਟੋਕੋਲ ਨਹੀਂ ਘਟਾ ਸਕਦੇ, ਉਹ ਆਪਣੇ ਖਰਚੇ ਨਹੀਂ ਘਟਾ ਸਕਦੇ ਹਨ। ਠੀਕ ਹੈ, ਆਵਾਮ ਤੇ ਵੀ ਜਿਤਨਾ ਕੋ ਮੁਨਾਸਬ ਹੈ ਆਵਾਮ ਤੇ ਵੀ ਬੋਝ ਪਾਇਆ ਜਾਏ ਤਾਂ ਆਵਾਮ ਤੇ ਚੁੱਕਦੀ ਹੈ ਵੀ ਬੋਝ, ਪਰ ਨਾਲ ਥੋੜਾ ਕੋਈ ਵਜ਼ੀਰ ਮਸ਼ੀਰ ਜਿਹੜੇ ਨੇ ਉਹਨਾਂ ਤੇ ਵੀ ਥੋੜਾ ਕੋਈ ਬੋਝ ਪਵੇ ਨਾ, ਉਹਨਾਂ ਦੀਆਂ ਤਨਖਾਹਾਂ ਵੀ ਕੱਟਦੀਆਂ। ਪੈਟਰੋਲ ਮਹਿੰਗਾ ਹੁੰਦਾ 55 ਰੁਪਏ ਮਹਿੰਗਾ ਹੋ ਗਿਆ ਨਾ, ਠੀਕ ਹੈ ਕੋਈ ਗੱਲ ਨਹੀਂ। ਇਹਦੇ ਨਾਲ ਹੀ ਅਗਰ ਜਿਹੜੀਆਂ ਵਜ਼ੀਰਾਂ ਦੀਆਂ ਮਸ਼ੀਰਾਂ ਦੀਆਂ ਜਿਹੜੀਆਂ MNA MPA ਦੀਆਂ ਤਨਖਾਹਾਂ ਨੇ ਉਹ ਥੱਲੇ ਆ ਜਾਂਦੀਆਂ ਕੱਢਦੀਆਂ, ਜਿਹਦੀ 10 ਲੱਖ ਤਨਖਾਹ ਹੈ ਉਹਦੀ 1 ਲੱਖ ਤਨਖਾਹ ਹੁੰਦੀ। ਬਲਕਿ ਮੈਂ ਤਾਂ ਕਹਿਣਾ ਵਾ ਇਹ ਜਿਹੜੇ ਤੰਗੀ ਦੇ ਦਿਹਾੜੇ ਨੇ ਇਹਨਾਂ ਦੇ ਵਿੱਚ ਉਹਨਾਂ ਨੂੰ 1 ਲੱਖ ਵੀ ਨਾ ਮਿਲੇ ਤੇ ਹੈਰ ਸਲਾਈ, ਉਹਨਾਂ ਦਾ ਗੁਜ਼ਾਰਾ ਹੁੰਦਾ ਹੈ, ਉਹਨਾਂ ਨੂੰ ਤਨਖਾਹਾਂ ਨਾ ਵੀ ਮਿਲਦੀਆਂ ਤੇ ਹੈਰ ਸਲਾਈ। ਉਹ ਕਮੀ ਹੁੰਦੀ ਤੇ ਫਿਰ ਵੀ ਅਗਰ ਕੋਈ ਗੁਜ਼ਾਰਾ ਨਾ ਕੰਮ ਚੱਲਦਾ ਤੇ ਫਿਰ ਚਲੋ ਪੈਟਰੋਲ ਵੀ ਮਹਿੰਗਾ ਕਰ ਲੈਂਦੇ, ਤਾਂ ਕਿ ਆਵਾਮ ਨੂੰ ਵੀ ਕੋਈ ਤਸੱਲੀ ਤੇ ਹੁੰਦੀ ਨਾ ਕਿ ਸਿਰਫ ਅਸੀਂ ਨਹੀਂ ਕੁਸਦੇ ਪਏ, ਨਾਲ ਉਹ ਵੀ ਕੁਸਦੇ ਨੇ ਪਏ। ਤੇ ਜੇ ਸਿਰਫ ਆਵਾਮ ਤੇ ਹੀ ਹੱਥ ਰੱਖੀ ਰੱਖਣਾ ਹੈ ਕਿ ਆਵਾਮ ਹੀ ਕੁਸੇ, ਆਵਾਮ ਹੀ ਜਿਹੜੀ ਆਰਥਾਂ ਤੇ ਆਵਾਮ ਤੇ ਭਾਰ ਪਵੇ, ਆਵਾਮ ਹੀ ਭਾਰ ਚੁੱਕੇ, ਤੇ ਫਿਰ ਆਵਾਮ ਨੇ ਤੇ ਚੀਕਣਾ ਹੀ ਹੈ ਨਾ। ਇਹਦੇ ਨਾਲ ਹੀ ਜਨਾਬ ਇਜਾਜ਼ਤ ਚਾਹਨੇ, ਆਪਣਾ ਬਹੁਤ ਬਹੁਤ ਖਿਆਲ ਰੱਖਿਓ, ਸਾਨੂੰ ਵੀ ਦੁਆਵਾਂ ਯਾਦ ਰੱਖਿਓ।